ਵੈਲਕਮ ਸਟੂਡੈਂਟਸ। ਅੱਜ ਅਸੀਂ ਦਿੱਲੀ ਦੇ ਸੁਲਤਾਨਾਂ ਬਾਰੇ ਪੜਾਂਗੇ। ਭਾਰਤ ਦਾ ਪਹਿਲਾ ਤੁਰਕ ਸ਼ਾਸਕ ਜਾਂ ਸੁਲਤਾਨ ਕੁਤਬਦੀਨ ਐਬਕ ਸੀ, ਜਿਹੜਾ ਮੁਹੰਮਦ ਗੌਰੀ ਦਾ ਗੁਲਾਮ ਸੀ। 1206 ਈਸਵੀ ਵਿੱਚ ਦਿੱਲੀ ਦੀ ਗੱਦੀ ਤੇ ਬੈਠਿਆ। 1210 ਈਸਵੀ ਵਿੱਚ ਕੁਤਬਦੀਨ ਐਬਕ ਦੀ ਮੌਤ ਤੋਂ ਬਾਅਦ ਇਲਤੁਤਮਸ਼ ਨੂੰ ਦਿੱਲੀ ਦੇ ਅਮੀਰਾਂ ਦੀ ਗੱਦੀ ਤੇ ਬਿਠਾਇਆ ਗਿਆ। ਇਲਤਤਮਸ਼ ਨੇ ਗੱਦੀ ਤੇ ਬੈਠਣ ਤੋਂ ਬਾਅਦ ਕਈ ਅੰਦਰੂਨੀ ਤੇ ਬਾਹਰੀ ਸਮੱਸਿਆਵਾਂ ਦਾ ਸਾਹਮਣਾ ਕੀਤਾ। ਇਲਤਤਮਸ਼ ਨੇ ਹੀ ਰਾਜਧਾਨੀ ਦਿੱਲੀ ਤੋਂ ਇੱਕ ਸੁਤੰਤਰ ਰਾਜਤੰਤਰੀ ਪ੍ਰਸ਼ਾਸਨ ਦੀ ਵਿਵਸਥਾ ਤੇ ਅਫਸਰਸ਼ਾਹੀ ਦੀ ਵਿਵਸਥਾ ਕੀਤੀ। ਉਸਨੇ ਹੀ ਇਕਤਾ ਤੇ ਆਕਤਾ ਦੀ ਵਿਵਸਥਾ ਦੁਆਰਾ ਸਾਮਰਾਜ ਨੂੰ ਪ੍ਰਾਂਤਾਂ ਵਿੱਚ ਵੰਡ ਕੇ ਕੇਂਦਰੀ ਅਤੇ ਪ੍ਰਾਂਤੀ ਸ਼ਾਸਨ ਨੂੰ ਜੋੜਨ ਦੀ ਇਸ ਕਾਲ ਵਿੱਚ ਸ਼ੁਰੂਆਤ ਕੀਤੀ। ਉਸਨੇ ਕਰੰਸੀ ਵਿਵਸਥਾ ਨੂੰ ਠੀਕ ਕਰਕੇ ਟੰਕਾ ਤੇ ਜੀਤਲ ਨਾਮ ਦੇ ਸਿੱਕੇ ਚਲਾਏ। ਉੱਪਰ ਲਿਖੇ ਸਾਰੇ ਕੰਮ ਜਿਹੜਾ ਦਿੱਲੀ ਦਾ ਪਹਿਲਾ ਸੁਲਤਾਨ ਕੁਤਬਦੀਨ ਐਬਕ ਨਹੀਂ ਕਰ ਪਾਇਆ, ਇਸ ਲਈ ਇਲਤਤਮਸ਼ ਨੂੰ ਦਿੱਲੀ ਸਲਤਨਤ ਦਾ ਅਸਲ ਸੰਸਥਾਪਕ ਮੰਨਿਆ ਜਾਂਦਾ ਹੈ। ਸੁਲਤਾਨ ਬਣਨ ਤੋਂ ਬਾਅਦ ਅਲਾਉਦੀਨ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਉੱਤਰ ਭਾਰਤ ਵਿੱਚ ਗੁਜਰਾਤ, ਰਣਭੋਰ, ਚਿਤੌੜ, ਉਜੈਨ, ਮਾਂਡੂ, ਧਾਰ ਅਤੇ ਚੰਦੇਰੀ ਦੇ ਰਾਜਪੂਤ ਰਾਜਾਂ ਨੂੰ ਜਿੱਤਿਆ। ਅਲਾਉਦੀਨ ਦੇ ਸੈਨਾਪਤੀ ਮਲਿਕ ਕਫੂਰ ਨੇ ਉਸ ਦੇ ਲਈ ਦੱਖਣ ਭਾਰਤ ਵਿੱਚ ਦੇ ਦੇਵਗਿਰੀ, ਤੇਲੰਗਾਨਾ, ਹੋਇਸਲ ਤੇ ਪਾਂਡੇ ਰਾਜਾਂ ਨੂੰ ਜਿੱਤਿਆ। ਲੋਧੀ ਸ਼ਾਸਕਾਂ ਵਿੱਚ ਬਹਿਲੋਲ ਲੋਧੀ, ਸਿਕੰਦਰ ਲੋਧੀ, ਇਬਰਾਹਿਮ ਲੋਧੀ ਆਦਿ ਸਨ, ਜਿਨ੍ਹਾਂ ਨੇ ਦਿੱਲੀ ਤੇ ਰਾਜ ਕੀਤਾ। ਮੁਗਲ ਸ਼ਾਸਕਾਂ ਵਿੱਚ ਬਾਬਰ, ਹੁਮਾਯੂੰ, ਅਕਬਰ, ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ, ਬਹਾਦਰ ਸ਼ਾਹ ਆਦਿ ਸੀਗੇ, ਜਿਨ੍ਹਾਂ ਨੇ ਰਾਜ ਕੀਤਾ। ਦਿੱਲੀ ਦੇ ਸੁਲਤਾਨ ਪਹਿਲ ਤੋਮਰ ਰਾਜਪੂਤਾਂ ਦੇ ਕਾਲ ਵਿੱਚ ਦਿੱਲੀ ਸਾਮਰਾਜ ਦੀ ਰਾਜਧਾਨੀ ਬਣੀ। 12ਵੀਂ ਸਦੀ ਦੇ ਮੱਧ ਵਿੱਚ ਤੋਮਰਾਂ ਨੂੰ ਅਜਮੇਰ ਦੇ ਚੌਹਾਨਾਂ ਨੇ ਹਰਾਇਆ। ਤੋਮਰਾਂ ਅਤੇ ਚੌਹਾਨਾਂ ਦੇ ਰਾਜਕਾਲ ਵਿੱਚ ਹੀ ਦਿੱਲੀ ਦਾ ਵਪਾਰਿਕ ਮਹੱਤਵਪੂਰਨ ਕੇਂਦਰ ਬਣ ਗਿਆ। ਇਸ ਸ਼ਹਿਰ ਵਿੱਚ ਬਹੁਤ ਸਾਰੇ ਖੁਸ਼ਹਾਲ ਜੈਨ ਵਪਾਰੀ ਰਹਿੰਦੇ ਸਨ, ਜਿਨ੍ਹਾਂ ਨੇ ਅਨੇਕ ਮੰਦਰਾਂ ਦਾ ਨਿਰਮਾਣ ਕਰਵਾਇਆ। ਇੱਥੇ ਦੇਲੀਵਾਲ ਕਹੇ ਜਾਣ ਵਾਲੇ ਸਿੱਕੇ ਵੀ ਢਾਲੇ ਜਾਂਦੇ ਸਨ, ਜੋ ਕਾਫੀ ਪ੍ਰਚਲਿਤ ਸਨ। 13ਵੀਂ ਸਦੀ ਦੇ ਸ਼ੁਰੂ ਵਿੱਚ ਦਿੱਲੀ ਸਲਤਨਤ ਦੀ ਸਥਾਪਨਾ ਹੋਈ। ਇਸ ਦੇ ਨਾਲ ਦਿੱਲੀ ਇੱਕ ਅਜਿਹੀ ਰਾਜਧਾਨੀ ਵਿੱਚ ਬਦਲ ਗਈ, ਜਿਸ ਦਾ ਨਿਯੰਤਰਣ ਇਸ ਉਪ ਮਹਾਦੀਪ ਦੇ ਬਹੁਤ ਵੱਡੇ ਖੇਤਰ ਵਿੱਚ ਫੈਲਿਆ ਸੀ। ਜਿਸ ਇਲਾਕੇ ਨੂੰ ਅੱਜ ਅਸੀਂ ਦਿੱਲੀ ਦੇ ਨਾਮ ਨਾਲ ਜਾਣਦੇ ਹਾਂ, ਉੱਥੇ ਅਨੇਕਾਂ ਸੁਲਤਾਨਾਂ ਨੇ ਅਨੇਕ ਨਗਰ ਵਸਾਏ। ਹੁਣ ਦਿੱਲੀ ਦੇ ਸ਼ਾਸਕ ਦੇਖਦੇ ਹਾਂ ਅਸੀਂ। ਰਾਜਪੂਤ ਵੰਸ਼ ਤੋਮਰ ਆਰੰਭਿਕ 12ਵੀਂ ਸ਼ਤਾਬਦੀ 1165, ਅਨੰਗਪਾਲ 1130 ਤੋਂ 1145, ਚੌਹਾਨ 1165 ਤੋਂ 1192, ਪ੍ਰਿਥਵੀਰਾਜ ਚੌਹਾਨ 1175 ਤੋਂ 1192, ਪ੍ਰਾਰੰਭਿਕ ਤੁਰਕੀ ਸ਼ਾਸਕ 1206 ਤੋਂ 1290। ਇਹਦੇ ਵਿੱਚ ਕੁਤਬਦੀਨ ਐਬਕ 1206 ਤੋਂ 1210, ਸ਼ਮਸੁਦੀਨ ਇਲਤਮਸ 1210 ਤੋਂ 1236, ਰਜੀਆ ਸੁਲਤਾਨ 1236 ਤੋਂ 1240, ਗਿਆਸੁਦੀਨ ਬਲਬਨ 1266 ਤੋਂ 1287। ਫਿਰ ਖਲਜੀ ਵੰਸ਼, ਇਹਦੇ ਵਿੱਚ ਜਲਾਲੂਦੀਨ ਖਲਜੀ 1290 ਤੋਂ 1296, ਅਲਾਉਦੀਨ ਖਲਜੀ 1296 ਤੋਂ 1316। ਫਿਰ ਤੁਗਲਕ ਵੰਸ਼ ਦੇ ਵਿੱਚ ਗਿਆਸੁਦੀਨ ਤੁਗਲਕ 1320 ਤੋਂ 1324, ਮੁਹੰਮਦ ਤੁਗਲਕ 1324 ਤੋਂ 1351, ਫਿਰੋਜ਼ ਸ਼ਾਹ ਤੁਗਲਕ 1351 ਤੋਂ 1388। ਫਿਰ ਸੈਦ ਵੰਸ਼, ਖਿਜ਼ਰ ਖਾਨ 1414 ਤੋਂ 1421, ਲੋਧੀ ਵੰਸ਼, ਬਹਿਲੋਲ ਲੋਧੀ 1451 ਤੋਂ 1499 ਤੱਕ। ਦਿੱਲੀ ਦੇ ਸੁਲਤਾਨਾਂ ਦੇ ਬਾਰੇ ਜਾਣਕਾਰੀ ਕਿਵੇਂ ਪਤਾ ਲੱਗਿਆ ਸਾਨੂੰ ਵੀ ਇਹ ਦਿੱਲੀ ਦੇ ਸੁਲਤਾਨਾਂ ਨੇ ਰਾਜ ਕੀਤਾ। ਹਾਲਾਂਕਿ ਅਭਿਲੇਖਾਂ, ਸਿੱਕਿਆਂ ਦੇ ਭਵਨ ਨਿਰਮਾਣ ਕਲਾ ਦੇ ਮਾਧਿਅਮ ਨਾਲ ਦਿੱਲੀ ਦੇ ਸੁਲਤਾਨਾਂ ਬਾਰੇ ਕਾਫੀ ਸੂਚਨਾ ਮਿਲਦੀ ਹੈ, ਪਰ ਹੋਰ ਵੀ ਬਹੁਤ ਮਹੱਤਵਪੂਰਨ ਇਤਿਹਾਸ
ਤਵਾਰੀਖ ਹਨ ਜੋ ਸੁਲਤਾਨਾਂ ਦੇ ਸ਼ਾਸਨ ਕਾਲ ਵਿੱਚ ਪ੍ਰਸ਼ਾਸਨ ਦੀ ਭਾਸ਼ਾ ਫਾਰਸੀ ਵਿੱਚ ਲਿਖੇ ਗਏ ਹਨ। ਤਵਾਰੀਖ ਦੇ ਲੇਖਕ ਸਕੱਤਰ, ਪ੍ਰਸ਼ਾਸਕ, ਕਵੀ ਤੇ ਦਰਬਾਰੀਆਂ ਵਰਗੇ ਸਿੱਖਿਅਕ ਵਿਅਕਤੀ ਹੁੰਦੇ ਹਨ ਜੋ ਘਟਨਾਵਾਂ ਦਾ ਵਰਣਨ ਵੀ ਕਰਦੇ ਨੇ ਤੇ ਸ਼ਾਸਕ ਪ੍ਰਸ਼ਾਸਨ ਸੰਬੰਧੀ ਸਲਾਹ ਵੀ ਦਿੰਦੇ ਨੇ। ਉਹ ਨਿਆਂ ਸੰਗਤ ਸ਼ਾਸਨ ਦੇ ਮਹੱਤਵ ਤੇ ਜ਼ੋਰ ਦਿੰਦੇ ਸਨ। ਕੁਝ ਹੋਰ ਗੱਲਾਂ, ਤਵਾਰੀਖ ਦੇ ਲੇਖਕ ਨਗਰਾਂ ਵਿੱਚ ਵਿਸ਼ੇਸ਼ ਕਰਕੇ ਦਿੱਲੀ ਵਿੱਚ ਰਹਿੰਦੇ ਸਨ, ਪਿੰਡਾਂ ਵਿੱਚ ਸ਼ਾਇਦ ਹੀ ਕਦੀ ਰਹਿੰਦੇ ਹੋਣ। ਉਹ ਅਕਸਰ ਆਪਣੇ ਸੁਲਤਾਨਾਂ ਦਾ ਇਤਿਹਾਸ ਉਹਨਾਂ ਤੋਂ ਢੇਰ ਸਾਰੇ ਇਨਾਮ ਇਕਰਾਮ ਪਾਉਣ ਦੀ ਆਸ ਵਿੱਚ ਲਿਖਿਆ ਕਰਦੇ ਸਨ। ਇਹ ਲੇਖਕ ਅਕਸਰ ਸ਼ਾਸਕਾਂ ਨੂੰ ਜਨਮ ਸਿੱਧ ਅਧਿਕਾਰ ਤੇ ਲਿੰਗ ਭੇਦ ਦੇ ਆਧਾਰ ਤੇ ਆਦਰਸ਼ ਸਮਾਜ ਵਿਵਸਥਾ ਬਣਾਏ ਰੱਖਣ ਦੀ ਸਲਾਹ ਦਿੰਦੇ ਸਨ। ਉਹਨਾਂ ਦੇ ਸਾਰੇ ਵਿਚਾਰਾਂ ਤੋਂ ਸਾਰੇ ਲੋਕ ਸਹਿਮਤ ਨਹੀਂ ਹੁੰਦੇ ਸਨ। 1236 ਵਿੱਚ ਸੁਲਤਾਨ ਇਲਤਮਸ਼ ਦੀ ਬੇਟੀ ਰਜ਼ੀਆ ਸਿੰਘਾਸਣ ਤੇ ਬੈਠੀ। ਇਸ ਯੁੱਗ ਵਿੱਚ ਇਤਿਹਾਸਕਾਰ ਮਹਿਨਾਜ਼ੇ ਸਿਰਾਜ ਨੇ ਸਵੀਕਾਰ ਕੀਤਾ ਹੈ ਕਿ ਉਹ ਆਪਣੇ ਸਾਰੇ ਭਰਾਵਾਂ ਤੋਂ ਜ਼ਿਆਦਾ ਯੋਗ ਤੇ ਸਮਰਥ ਸੀ, ਪਰ ਫਿਰ ਵੀ ਉਹ ਇੱਕ ਰਾਣੀ ਦੇ ਰੂਪ ਵਿੱਚ ਮਾਨਤਾ ਨਹੀਂ ਦੇ ਪਾਇਆ। ਦਰਬਾਰੀ ਲੋਕ ਵੀ ਉਸ ਦੇ ਸੁਤੰਤਰ ਤੌਰ ਤੇ ਸ਼ਾਸਨ ਕਰਨ ਦੀਆਂ ਕੋਸ਼ਿਸ਼ਾਂ ਤੋਂ ਪ੍ਰਸੰਨ ਨਹੀਂ ਸਨ। 1240 ਈਸਵੀ ਵਿੱਚ ਉਸ ਨੂੰ ਸਿੰਘਾਸਣ ਤੋਂ ਹਟਾ ਦਿੱਤਾ ਗਿਆ। ਦਿੱਲੀ ਸਲਤਨਤ ਦਾ ਵਿਸਥਾਰ ਗੈਰੀਸਨ ਸ਼ਹਿਰ ਤੋਂ ਸਾਮਰਾਜ ਤੱਕ 13ਵੀਂ ਸ਼ਤਾਬਦੀ ਦੇ ਆਰੰਭਿਕ ਸਾਲਾਂ ਵਿੱਚ ਦਿੱਲੀ ਦੇ ਸੁਲਤਾਨਾਂ ਦਾ ਸ਼ਾਸਨ ਗੈਰੀਸਨਾਂ ਦੇ ਬਣੇ ਮਜ਼ਬੂਤ ਕਿਲ੍ਹੇਬੰਦ ਸ਼ਹਿਰਾਂ ਤੋਂ ਪਰੇ ਸ਼ਾਇਦ ਹੀ ਕਦੇ ਫੈਲਿਆ ਹੋਵੇ। ਸ਼ਹਿਰਾਂ ਨਾਲ ਜੁੜੇ ਪਰੰਤੂ ਉਹਨਾਂ ਤੋਂ ਦੂਰ ਅੰਦਰਲੇ ਪ੍ਰਦੇਸ਼ਾਂ ਤੇ ਉਹਨਾਂ ਦਾ ਨਿਯੰਤਰਣ ਨਾ ਦੇ ਬਰਾਬਰ ਸੀ। ਇਸ ਲਈ ਉਹਨਾਂ ਨੂੰ ਜ਼ਰੂਰੀ ਸਮੱਗਰੀ, ਰਸਦ ਆਦਿ ਲਈ ਵਪਾਰ, ਟੈਕਸ ਜਾਂ ਲੁੱਟਮਾਰ ਤੇ ਨਿਰਭਰ ਰਹਿਣਾ ਪੈਂਦਾ ਸੀ। ਦਿੱਲੀ ਤੋਂ ਸੁਦੂਰ ਬੰਗਾਲ, ਸਿੰਧ ਅਤੇ ਗੈਰੀਸਨ ਸ਼ਹਿਰਾਂ ਦਾ ਨਿਯੰਤਰਣ ਬਹੁਤ ਹੀ ਕਠਿਨ ਸੀ। ਬਗਾਵਤ, ਯੁੱਧ, ਇੱਥੋਂ ਤੱਕ ਕਿ ਖਰਾਬ ਮੌਸਮ ਨਾਲ ਵੀ ਉਹਨਾਂ ਦੇ ਸੰਪਰਕ ਨਾਜ਼ੁਕ ਸੂਤਰ ਛਿੰਨ ਭਿੰਨ ਹੋ ਜਾਂਦੇ ਸਨ। ਸ਼ਾਸਨ ਨੂੰ ਅਫਗਾਨਿਸਤਾਨ ਤੋਂ ਆਉਣ ਵਾਲੇ ਹਮਲਾਵਰ ਅਤੇ ਸੂਬੇਦਾਰਾਂ ਦੇ ਤੋਂ ਬਰਾਬਰ ਚੁਣੌਤੀ ਮਿਲਦੀ ਰਹਿੰਦੀ ਸੀ, ਜੋ ਥੋੜੀ ਜਿਹੀ ਕਮਜ਼ੋਰੀ ਦਾ ਆਭਾਸ ਮਿਲਦੇ ਹੀ ਵਿਦਰੋਹ ਦਾ ਝੰਡਾ ਖੜਾ ਕਰ ਦਿੰਦੇ ਸਨ। ਇਹਨਾਂ ਚੁਣੌਤੀਆਂ ਦੇ ਚੱਲਦੇ ਸਲਤਨਤ ਬੜੀ ਮੁਸ਼ਕਲ ਨਾਲ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਏ ਹੋਏ ਸੀ। ਇਸ ਦਾ ਸੰਸਥਾਪਨ ਗਿਆਸੁਦੀਨ ਬਲਬਨ ਨੇ ਸ਼ਾਸਨ ਕਾਲ ਵਿੱਚ ਹੋਇਆ ਤੇ ਇਸ ਦਾ ਵਿਸਥਾਰ ਅਲਾਉਦੀਨ ਖਿਲਜੀ ਅਤੇ ਮੁਹੰਮਦ ਤੁਗਲਕ ਦੇ ਕਾਰਜਕਾਲ ਵਿੱਚ ਹੋਇਆ। ਸਲਤਨਤ ਦੀਆਂ ਅੰਦਰੂਨੀ ਸੀਮਾਵਾਂ ਵਿੱਚੋਂ ਜੋ ਅਭਿਆਨ ਚੱਲੇ, ਉਹਨਾਂ ਦਾ ਉਦੇਸ਼ ਗੈਰੀਸਨ ਸ਼ਹਿਰਾਂ ਦੇ ਪਿਛੋਕੜ ਵਿੱਚ ਸਥਿਤ ਅੰਦਰੂਨੀ ਖੇਤਰਾਂ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਸੀ। ਇਹਨਾਂ ਅਭਿਆਨਾਂ ਦੇ ਦੌਰਾਨ ਗੰਗਾ, ਜਮਨਾ ਤੇ ਦੁਆਬ ਤੋਂ ਜੰਗਲਾਂ ਨੂੰ ਸਾਫ਼ ਕਰ ਦਿੱਤਾ ਗਿਆ। ਸ਼ਿਕਾਰੀ ਸੰਗ੍ਰਹਿਕਾਂ ਤੇ ਚਰਵਾਹਿਆਂ ਨੂੰ ਉਹਨਾਂ ਦੇ ਆਵਾਸ ਸਥਾਨਾਂ ਤੋਂ ਖਦੇੜ ਦਿੱਤਾ ਗਿਆ। ਜ਼ਮੀਨਾਂ ਕਿਸਾਨਾਂ ਨੂੰ ਦਿੱਤੀਆਂ ਗਈਆਂ। ਖੇਤੀ ਕੰਮ ਨੂੰ ਪ੍ਰੋਤਸਾਹਨ ਦਿੱਤਾ ਗਿਆ। ਵਪਾਰਕ ਮਾਰਗਾਂ ਦੀ ਸੁਰੱਖਿਆ ਤੇ ਖੇਤਰੀ ਵਪਾਰ ਦੀ ਉન્નਤੀ ਲਈ ਨਵੇਂ ਕਿਲੇ, ਗੈਰੀਸਨ ਸ਼ਹਿਰ ਤੇ ਸ਼ਹਿਰ ਵਸਾਏ ਗਏ। ਦੂਸਰਾ ਵਿਸਥਾਰ ਸਲਤਨਤ ਦੀ ਬਾਹਰੀ ਸੀਮਾ ਤੇ ਹੋਇਆ। ਅਲਾਉਦੀਨ ਖਿਲਜੀ ਨੇ ਸ਼ਾਸਨ ਕਾਲ ਵਿੱਚ ਦੱਖਣੀ ਭਾਰਤ ਨੂੰ ਉਦੇਸ਼ ਕਰਕੇ ਸੈਨਿਕ ਅਭਿਆਨ ਸ਼ੁਰੂ ਕੀਤੇ। ਇਹ ਅਭਿਆਨ ਮੁਹੰਮਦ ਤੁਗਲਕ ਦੇ ਸਮੇਂ ਵਿੱਚ ਆਪਣੀ ਚਰਮ ਸੀਮਾ ਤੇ ਪਹੁੰਚੇ। ਇਹਨਾਂ ਅਭਿਆਨਾਂ ਵਿੱਚ ਸਲਤਨਤ ਦੀਆਂ ਸੈਨਾਵਾਂ ਨੇ ਹਾਥੀ, ਘੋੜੇ, ਗੁਲਾਮ ਅਤੇ ਮੁੱਲਵਾਨ ਧਾਤੂਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਦਿੱਲੀ ਸਲਤਨਤ ਦੀਆਂ ਸੀਮਾਵਾਂ ਦੀ ਸ਼ੁਰੂਆਤ ਕਮਜ਼ੋਰ ਸੀ, ਪਰ 150 ਸਾਲ ਬਾਅਦ ਮੁਹੰਮਦ ਤੁਗਲਕ ਦੇ ਕਾਰਜਕਾਲ ਸਮੇਂ ਅੰਤ ਤੱਕ ਉਸ ਉਪ ਮਹਾਦੀਪ ਦਾ ਇੱਕ ਵਿਸ਼ਾਲ ਖੇਤਰ ਇਸ ਯੁੱਧ ਅਭਿਆਨ ਦੇ ਅੰਤਰਗਤ ਆ ਚੁੱਕਿਆ ਸੀ। ਇਸ ਨੇ ਦੁਸ਼ਮਣਾਂ ਦੀਆਂ ਸੈਨਾਵਾਂ ਨੂੰ ਹਰਾਇਆ, ਸ਼ਹਿਰਾਂ ਤੇ ਕਬਜ਼ਾ ਕੀਤਾ। ਇਸ ਦੇ ਸੂਬੇਦਾਰ, ਪ੍ਰਸ਼ਾਸਕ ਮੁਕੱਦਿਆਂ ਵਿੱਚ ਫੈਸਲੇ ਸੁਣਾਉਂਦੇ ਸਨ, ਨਾਲ ਹੀ ਕਿਸਾਨਾਂ ਤੋਂ ਟੈਕਸ ਵਸੂਲ ਕਰਦੇ ਸਨ। ਖਲਜੀ ਤੇ ਤੁਗਲਕ ਵੰਸ਼ ਦੇ ਅੰਤਰਗਤ ਪ੍ਰਸ਼ਾਸਨ ਤੇ ਏਕੀਕਰਨ। ਦਿੱਲੀ ਸਲਤਨਤ ਵਰਗੇ ਵਿਸ਼ਾਲ ਸਾਮਰਾਜ ਦੇ ਏਕੀਕਰਨ ਲਈ ਵਿਸ਼ਵਾਸਯੋਗ ਸੂਬੇਦਾਰਾਂ ਤੇ ਪ੍ਰਸ਼ਾਸਕਾਂ ਦੀ ਜ਼ਰੂਰਤ ਸੀ। ਦਿੱਲੀ ਦੇ ਆਰੰਭਿਕ ਸੁਲਤਾਨ, ਵਿਸ਼ੇਸ਼ਕਰ ਇਲਤਤਮਸ, ਸਾਮੰਤਾਂ ਤੇ ਜ਼ਮੀਂਦਾਰਾਂ ਦੇ ਸਥਾਨ ਤੇ ਆਪਣੇ ਵਿਸ਼ੇਸ਼ ਗੁਲਾਮਾਂ ਨੂੰ ਸੂਬੇਦਾਰ ਨਿਯੁਕਤ ਕਰਨਾ ਜ਼ਿਆਦਾ ਪਸੰਦ ਕਰਦੇ ਸਨ। ਇਹਨਾਂ ਗੁਲਾਮਾਂ ਨੂੰ ਫਾਰਸੀ ਬੰਦਗਾ ਕਿਹਾ ਜਾਂਦਾ ਹੈ। ਇਹਨਾਂ ਨੂੰ ਸੈਨਿਕ ਸੇਵਾ ਲਈ ਖਰੀਦਿਆ ਜਾਂਦਾ ਸੀ। ਉਹਨਾਂ ਨੂੰ ਰਾਜ ਦੇ ਬਹੁਤ ਹੀ ਮਹੱਤਵਪੂਰਨ ਰਾਜਨੀਤਿਕ ਅਹੁਦਿਆਂ ਤੇ ਕੰਮ ਕਰਨ ਲਈ ਬੜੀ ਸਾਵਧਾਨੀ ਨਾਲ ਪ੍ਰਸ਼ਿਕਸ਼ਿਤ ਕੀਤਾ ਜਾਂਦਾ ਸੀ। ਉਹ ਕਿਉਂਕਿ ਪੂਰੀ ਤਰ੍ਹਾਂ ਆਪਣੇ ਮਾਲਕ ਤੇ ਨਿਰਭਰ ਹੁੰਦੇ ਸਨ, ਇਸ ਲਈ ਸੁਲਤਾਨ ਵੀ ਵਿਸ਼ਵਾਸ ਕਰਕੇ ਉਹਨਾਂ ਤੇ ਨਿਰਭਰ ਹੋ ਸਕਦੇ ਸਨ। ਖਲਜੀ ਤੇ ਤੁਗਲਕ ਸ਼ਾਸਕ ਬੰਦਗਾਂ ਦਾ ਇਸਤੇਮਾਲ ਕਰਦੇ ਰਹੇ।
ਇਸ ਨਾਲ ਹੀ ਆਪਣੇ ਤੇ ਆਸ਼ਰਿਤ ਨਿਮਨ ਵਰਗ ਦੇ ਲੋਕਾਂ ਨੂੰ ਵੀ ਉੱਚੇ ਰਾਜਨੀਤਿਕ ਅਹੁਦਿਆਂ ਤੇ ਬਿਠਾਉਂਦੇ ਰਹੇ। ਅਜਿਹੇ ਲੋਕਾਂ ਨੂੰ ਸੈਨਾਪਤੀ ਤੇ ਸੂਬੇਦਾਰ ਵਰਗੇ ਅਹੁਦੇ ਦਿੱਤੇ ਜਾਂਦੇ ਸਨ, ਪਰ ਇਸ ਨਾਲ ਰਾਜਨੀਤਿਕ ਅਸਥਿਰਤਾ ਵੀ ਪੈਦਾ ਹੋਣ ਲੱਗੀ। ਗੁਲਾਮ ਤੇ ਆਸ਼ਰਿਤ ਆਪਣੇ ਮਾਲਕਾਂ ਦੇ ਸੁਰੱਖਿਅਕਾਂ ਦੇ ਪ੍ਰਤੀ ਵਫਾਦਾਰ ਰਹਿੰਦੇ ਸਨ, ਪਰ ਉਹਨਾਂ ਦੇ ਉੱਤਰਾਧਿਕਾਰੀ ਉਹਨਾਂ ਦੇ ਪ੍ਰਤੀ ਨਹੀਂ। ਨਵੇਂ ਸੁਲਤਾਨ ਦੇ ਆਪਣੇ ਨੌਕਰ ਹੁੰਦੇ ਸਨ। ਫਲਸਰੂਪ ਕਿਸੇ ਨਵੇਂ ਸ਼ਾਸਕ ਦੇ ਸਿੰਘਾਸਣ ਤੇ ਬੈਠਦੀ ਆਮ ਤੌਰ ਤੇ ਨਵੇਂ ਪੁਰਾਣੇ ਸਰਦਾਰਾਂ ਵਿਚਕਾਰ ਟਕਰਾਹਟ ਸ਼ੁਰੂ ਹੋ ਜਾਂਦੀ ਸੀ। ਸੁਲਤਾਨਾਂ ਦੁਆਰਾ ਹੇਠਲੇ ਤਬਕੇ ਦੇ ਲੋਕਾਂ ਨੂੰ ਸੰਰਖਣ ਦਿੱਤੇ ਜਾਣ ਕਾਰਨ ਉੱਚ ਵਰਗ ਦੇ ਲੋਕਾਂ ਨੂੰ ਕਈ ਵਾਰੀ ਗਹਿਰਾ ਧੱਕਾ ਲੱਗਦਾ ਸੀ। ਫਾਰਸੀ ਤਵਾਰੀਖ ਦੇ ਲੇਖਕਾਂ ਨੇ ਹੇਠਲੇ ਖਾਨਦਾਨ ਦੇ ਲੋਕਾਂ ਨੂੰ ਉੱਚੇ ਅਹੁਦਿਆਂ ਤੇ ਬਿਠਾਉਣ ਲਈ ਦਿੱਲੀ ਦੇ ਸੁਲਤਾਨਾਂ ਦੀ ਆਲੋਚਨਾ ਵੀ ਕੀਤੀ ਹੈ। ਪਹਿਲੇ ਵਾਲੇ ਸੁਲਤਾਨਾਂ ਦੀ ਤਰ੍ਹਾਂ ਖਿਲਜੀ ਤੇ ਤੁਗਲਕ ਸ਼ਾਸਕਾਂ ਨੇ ਵੀ ਸੈਨਾ ਨਾਇਕਾਂ ਨੂੰ ਭਿੰਨ-ਭਿੰਨ ਆਕਾਰ ਦੇ ਇਲਾਕਿਆਂ ਦੇ ਸੂਬੇਦਾਰਾਂ ਦੇ ਰੂਪ ਵਿੱਚ ਨਿਯੁਕਤ ਕੀਤਾ। ਇਹ ਇਲਾਕੇ ਇਕਤਾ ਕਹਾਉਂਦੇ ਸਨ। ਇਹਨਾਂ ਨੂੰ ਸੰਭਾਲਣ ਲਈ ਇੱਕ ਅਧਿਕਾਰੀ ਇਕਤਾਕਾਰ ਜਾਂ ਮੁਕਤੀ ਕਹੇ ਜਾਂਦੇ ਸਨ। ਮੁਕਤੀ ਦਾ ਫਰਜ਼ ਸੀ ਸੈਨਿਕ ਅਭਿਆਨਾਂ ਦੀ ਅਗਵਾਈ ਕਰਨਾ ਤੇ ਆਪਣੇ ਇਕਤਾ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣਾ। ਆਪਣੀਆਂ ਸੈਨਿਕ ਸੇਵਾਵਾਂ ਦੇ ਬਦਲੇ ਤਨਖਾਹ ਦੇ ਰੂਪ ਵਿੱਚ ਮੁਕਤੀ ਆਪਣੇ ਇਲਾਕਿਆਂ ਤੋਂ ਟੈਕਸ ਵਸੂਲੀ ਕਰਦੇ ਸਨ। ਟੈਕਸ ਦੇ ਰੂਪ ਵਿੱਚ ਮਿਲੀ ਰਕਮ ਤੋਂ ਹੀ ਉਹ ਆਪਣੇ ਸੈਨਿਕਾਂ ਨੂੰ ਤਨਖਾਹ ਦਿੰਦੇ ਸਨ। ਮੁਕਤੀ ਲੋਕਾਂ ਤੇ ਨਿਯੰਤਰਣ ਕਰਨ ਦਾ ਸਭ ਤੋਂ ਪ੍ਰਭਾਵੀ ਤਰੀਕਾ ਇਹ ਸੀ ਕਿ ਉਹਨਾਂ ਦਾ ਅਹੁਦਾ ਵੰਸ਼ ਪਰੰਪਰਾ ਤੋਂ ਨਾ ਚੱਲੇ। ਉਹਨਾਂ ਨੂੰ ਕੋਈ ਵੀ ਇਕਤਾ ਥੋੜ੍ਹੇ ਸਮੇਂ ਦੇ ਲਈ ਹੀ ਮਿਲੇ, ਮਤਲਬ ਲੰਬੇ ਸਮੇਂ ਤੋਂ ਇੱਕ ਹੀ ਪਰਿਵਾਰ ਦੇ ਵਿੱਚ ਜਿਹੜਾ ਇਕਤਾ ਸੀ ਉਹ ਨਾ ਰਹੇ। ਉਹਨਾਂ ਦਾ ਸਥਾਨਾਂਤਰਨ ਕਰ ਦਿੱਤਾ ਜਾਵੇ। ਸੁਲਤਾਨ ਅਲਾਉਦੀਨ ਖਿਲਜੀ ਤੇ ਮੁਹੰਮਦ ਤੁਗਲਕ ਦੇ ਸ਼ਾਸਨ ਵਿੱਚ ਨੌਕਰੀ ਦੇ ਇਹਨਾਂ ਕਠੋਰ ਨਿਯਮਾਂ ਦਾ ਬੜੀ ਸਖਤੀ ਨਾਲ ਪਾਲਣ ਹੁੰਦਾ ਸੀ। ਮੁਕਤੀ ਲੋਕਾਂ ਦੁਆਰਾ ਇਕੱਠੀ ਕੀਤੀ ਟੈਕਸ ਦੀ ਰਕਮ ਦਾ ਹਿਸਾਬ ਲੈਣ ਲਈ ਰਾਜ ਦਰਬਾਰਾਂ ਦਾ ਲੇਖਾ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਸਨ। ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਸੀ ਕਿ ਮੁਕਤੀ ਰਾਜ ਦੁਆਰਾ ਨਿਰਧਾਰਿਤ ਟੈਕਸ ਹੀ ਵਸੂਲਣ, ਤੈਅ ਸੰਖਿਆ ਦੇ ਅਨੁਸਾਰ ਹੀ ਜਿਹੜੇ ਸੈਨਿਕ ਨੇ ਉਹਨਾਂ ਨੂੰ ਰੱਖਣ। ਜਦੋਂ ਦਿੱਲੀ ਦੇ ਸੁਲਤਾਨ ਸ਼ਹਿਰਾਂ ਤੋਂ ਦੂਰ ਅੰਦਰੂਨੀ ਇਲਾਕਿਆਂ ਨੂੰ ਵੀ ਆਪਣੇ ਅਧਿਕਾਰ ਵਿੱਚ ਲੈ ਆਏ ਤਾਂ ਉਹਨਾਂ ਨੇ ਭੂਮੀ ਦੇ ਸਵਾਮੀ ਸਾਮੰਤਾਂ ਤੇ ਅਮੀਰ ਜ਼ਮੀਂਦਾਰਾਂ ਨੂੰ ਵੀ ਆਪਣੀ ਸੱਤਾ ਦੇ ਅੱਗੇ ਝੁਕਾਉਣ ਲਈ ਮਜਬੂਰ ਕਰ ਦਿੱਤਾ। ਅਲਾਉਦੀਨ ਖਿਲਜੀ ਦੇ ਸ਼ਾਸਨ ਕਾਲ ਵਿੱਚ ਭੂ ਰਾਜਸਵ ਦੇ ਨਿਰਧਾਰਨ ਤੇ ਵਸੂਲੀ ਦੇ ਕਾਰਜ ਨੂੰ ਆਪਣੇ ਰਾਜ ਅਤੇ ਨਿਯੰਤਰਣ ਵਿੱਚ ਲੈ ਆਇਆ। ਸਥਾਨਕ ਸਾਮੰਤਾਂ ਤੋਂ ਟੈਕਸ ਹਟਾਉਣ ਦਾ ਅਧਿਕਾਰ ਟੈਕਸ ਲਗਾਉਣ ਦਾ ਅਧਿਕਾਰ ਖੋਹ ਲਿਆ, ਬਲਕਿ ਉਹਨਾਂ ਨੂੰ ਵੀ ਟੈਕਸ ਚੁਕਾਉਣ ਲਈ ਮਜਬੂਰ ਕੀਤਾ ਗਿਆ। ਸੁਲਤਾਨ ਦੇ ਪ੍ਰਸ਼ਾਸਕਾਂ ਨੇ ਜ਼ਮੀਨ ਦੀ ਪੈਮਾਇਸ਼ ਦੇ ਵੱਲ ਇਸ ਦਾ ਹਿਸਾਬ ਬੜੀ ਸਾਵਧਾਨੀ ਨਾਲ ਰੱਖਿਆ। ਪੁਰਾਣੇ ਸਾਮਤ ਤੇ ਜ਼ਮੀਂਦਾਰ ਰਾਜਸਵ ਦੇ ਨਿਰਧਾਰਨ ਤੇ ਵਸੂਲੀ ਅਧਿਕਾਰ ਦੇ ਰੂਪ ਵਿੱਚ ਸਲਤਨਤ ਦੀ ਨੌਕਰੀ ਕਰਨ ਲੱਗੇ। 3 ਤਰ੍ਹਾਂ ਦੇ ਟੈਕਸ ਉਸ ਸਮੇਂ ਲਗਾਏ ਜਾਂਦੇ ਸਨ। ਨੰਬਰ 1 ਤੇ ਖੇਤੀ ਤੇ ਟੈਕਸ, ਜਿਸ ਨੂੰ ਖਰਾਜ ਕਿਹਾ ਜਾਂਦਾ ਸੀ। ਲਗਭਗ 50% ਜਿਹੜੀ ਉਹ ਆਮਦਨ ਹੁੰਦੀ ਸੀਗੀ, ਉਪਜ ਹੁੰਦੀ ਸੀ ਕਿਸਾਨਾਂ ਦੀ, ਉਹ ਟੈਕਸ ਦੇ ਰੂਪ ਵਿੱਚ ਜਾਂਦੀ ਸੀ, ਜਿਨ੍ਹਾਂ ਦੇ ਵਿੱਚ ਮਵੇਸ਼ੀਆਂ ਤੇ ਘਰਾਂ ਤੇ ਖੇਤੀ ਤੇ ਮਵੇਸ਼ੀਆਂ ਤੇ ਘਰਾਂ ਤੇ 3 ਤਰ੍ਹਾਂ ਦੇ ਟੈਕਸ ਸੀਗੇ ਜਿਹੜੇ ਉਹ ਲਗਾਏ ਜਾਂਦੇ ਸੀਗੇ। ਇੱਥੇ ਯਾਦ ਰੱਖਣਾ ਜ਼ਰੂਰੀ ਹੈ ਕਿ ਇਸ ਉਪ ਮਹਾਦੀਪ ਦਾ ਕਾਫੀ ਵੱਡਾ ਹਿੱਸਾ ਦਿੱਲੀ ਦੇ ਸੁਲਤਾਨਾਂ ਦੇ ਅਧਿਕਾਰ ਤੋਂ ਬਾਹਰ ਹੀ ਸੀ। ਦਿੱਲੀ ਤੋਂ ਬੰਗਾਲ ਵਰਗੇ ਸੁਦੂਰ ਪ੍ਰਾਂਤਾਂ ਦਾ ਨਿਯੰਤਰਣ ਕਠਿਨ ਸੀ। ਦੱਖਣ ਭਾਰਤ ਦੀ ਜਿੱਤ ਦੇ ਬਾਅਦ ਤੁਰੰਤ ਹੀ ਉਹ ਪੂਰਾ ਖੇਤਰ ਫਿਰ ਤੋਂ ਸੁਤੰਤਰ ਹੋ ਗਿਆ। ਇੱਥੋਂ ਤੱਕ ਕਿ ਗੰਗਾ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਸੰਘਣੇ ਜੰਗਲਾਂ ਵਾਲੇ ਅਜਿਹੇ ਖੇਤਰ ਸਨ ਜਿਨ੍ਹਾਂ ਵਿੱਚ ਜਾਣ ਵਿੱਚ ਸੁਲਤਾਨ ਦੀਆਂ ਸੈਨਾਵਾਂ ਅਸਮਰਥ ਸਨ। ਸਥਾਨਿਕ ਸਰਦਾਰਾਂ ਨੇ ਇਹਨਾਂ ਖੇਤਰਾਂ ਤੇ ਆਪਣਾ ਸ਼ਾਸਨ ਜਮਾ ਲਿਆ। ਅਲਾਉਦੀਨ ਖਿਲਜੀ ਤੇ ਮੁਹੰਮਦ ਤੁਗਲਕ ਇਹਨਾਂ ਇਲਾਕਿਆਂ ਤੇ ਜ਼ੋਰ ਜ਼ਬਰਦਸਤੀ ਆਪਣਾ ਅਧਿਕਾਰ ਜਮ੍ਹਾਂ ਤਾਂ ਕਰ ਲੈਂਦੇ ਸਨ, ਪਰ ਉਹ ਅਧਿਕਾਰ ਕੁਝ ਸਮੇਂ ਤੱਕ ਹੀ ਰਹਿ ਪਾਉਂਦਾ ਸੀ। ਚੰਗੇਜ਼ ਖਾਨ ਦੀ ਅਗਵਾਈ ਵਿੱਚ ਮੰਗੋਲਾਂ ਨੇ 1219 ਵਿੱਚ ਉੱਤਰੀ ਪੂਰਬੀ ਈਰਾਨ ਵਿੱਚ ਟ੍ਰਾਂਸਆਕਸੀਆਸਨਾ ਆਧੁਨਿਕ ਉਜ਼ਬੇਕਿਸਤਾਨ ਤੇ ਹਮਲਾ ਕੀਤਾ ਅਤੇ ਇਸ ਦੇ ਬਾਅਦ ਹੀ ਦਿੱਲੀ ਸਲਤਨਤ ਨੂੰ ਉਹਨਾਂ ਦਾ ਧਾਵਾ ਬਰਦਾਸ਼ਤ ਕਰਨਾ ਪਿਆ। ਅਲਾਉਦੀਨ ਖਿਲਜੀ ਤੇ ਮੁਹੰਮਦ ਤੁਗਲਕ ਦੇ ਸ਼ਾਸਨ ਕਾਲ ਦੇ ਆਰੰਭ ਵਿੱਚ ਦਿੱਲੀ ਤੇ ਮੰਗੋਲਾਂ ਦੇ ਧਾਵੇ ਵੱਧ ਗਏ। ਇਸ ਤੋਂ ਮਜਬੂਰ ਹੋ ਕੇ ਦੋਨਾਂ ਹੀ ਸੁਲਤਾਨ ਇੱਕ ਵਿਸ਼ਾਲ ਸਥਾਨਿਕ ਸੈਨਾ ਖੜੀ ਕਰਨੀ ਪਈ। ਦੋਨਾਂ ਨੂੰ ਇੰਨੀ ਵਿਸ਼ਾਲ ਸੈਨਾ ਨੂੰ ਸੰਭਾਲਣਾ ਪ੍ਰਸ਼ਾਸਨ ਲਈ ਭਾਰੀ ਚੁਣੌਤੀ ਸੀ। ਫਿਰ 15ਵੀਂ ਤੇ 16ਵੀਂ ਸ਼ਤਾਬਦੀ 'ਚ ਜਿਹੜਾ ਸਲਤਨਤ ਆ ਉਸ ਦੀ ਗੱਲ ਕਰਾਂਗੇ। ਤੁਗਲਕ ਵੰਸ਼ ਦੇ ਬਾਅਦ 1526 ਵਿੱਚ ਦਿੱਲੀ ਤੇ ਆਗਰਾ ਦੇ ਸੈਦ ਤੇ ਲੋਧੀ ਵੰਸ਼ਾਂ ਦਾ ਰਾਜ ਰਿਹਾ। ਤਦ ਤੱਕ ਜੌਨਪੁਰ, ਬੰਗਾਲ, ਮਾਲਵਾ, ਗੁਜਰਾਤ, ਰਾਜਸਥਾਨ ਤੇ ਪੂਰੇ ਦੱਖਣ ਭਾਰਤ ਵਿੱਚ ਸੁਤੰਤਰ ਸ਼ਾਸਕ ਉੱਠ ਖੜੇ ਹੋਏ।
ਉਹਨਾਂ ਦੀਆਂ ਰਾਜਧਾਨੀਆਂ ਖੁਸ਼ਹਾਲ ਸਨ, ਰਾਜ ਵੱਧ ਫੁੱਲ ਰਹੇ ਸਨ। ਇਸ ਕਾਲ ਵਿੱਚ ਅਫਗਾਨ ਤੇ ਰਾਜਪੂਤਾਂ ਵਰਗੇ ਨਵੇਂ ਸ਼ਾਸਕ ਸਮੂਹ ਵੀ ਉੱਭਰੇ। ਇਸ ਕਾਲ ਵਿੱਚ ਸਥਾਪਿਤ ਰਾਜਾਂ ਵਿੱਚੋਂ ਕੁਝ ਛੋਟੇ ਤਾਂ ਸਨ ਪਰ ਸ਼ਕਤੀਸ਼ਾਲੀ ਸਨ। ਉਹਨਾਂ ਦਾ ਸ਼ਾਸਨ ਬਹੁਤ ਹੀ ਕੁਸ਼ਲ ਤੇ ਸੁਵਿਵਸਥਿਤ ਤਰੀਕੇ ਨਾਲ ਚੱਲ ਰਿਹਾ ਸੀ। ਸ਼ੇਰ ਸ਼ਾਹ ਸੂਰੀ 1540 ਤੋਂ 1545 ਨੇ ਬਿਹਾਰ ਵਿੱਚ ਆਪਣੇ ਚਾਚਾ ਦੇ ਇੱਕ ਛੋਟੇ ਇਲਾਕੇ ਦੇ ਪ੍ਰਬੰਧ ਦੇ ਰੂਪ ਵਿੱਚ ਕੰਮ ਸ਼ੁਰੂ ਕੀਤਾ ਸੀ। ਅੱਗੇ ਚੱਲ ਕੇ ਉਸਨੇ ਇੰਨੀ ਉન્નਤੀ ਕੀਤੀ ਕਿ ਮੁਗਲ ਸਮਰਾਟ ਹਮਾਯੂ ਤੱਕ ਨੂੰ ਚੁਣੌਤੀ ਦੇ ਦਿੱਤੀ ਤੇ ਹਰਾ ਦਿੱਤਾ। ਸ਼ੇਰ ਸ਼ਾਹ ਨੇ ਦਿੱਲੀ ਦੇ ਅਧਿਕਾਰ ਕਰਕੇ ਆਪਣਾ ਰਾਜਵੰਸ਼ ਸਥਾਪਿਤ ਕੀਤਾ। ਸੂਰੀ ਵੰਸ਼ ਨੇ ਕੇਵਲ 15 ਸਾਲ ਤੱਕ ਸ਼ਾਸਨ ਕੀਤਾ, 1540 ਤੋਂ ਲੈ ਕੇ 1555 ਤੱਕ। ਪਰ ਇਸ ਦੇ ਪ੍ਰਸ਼ਾਸਨ ਨੇ ਅਲਾਉਦੀਨ ਖਿਲਜੀ ਵਰਗੇ ਕਈ ਤਰੀਕਿਆਂ ਨੂੰ ਅਪਣਾ ਕੇ ਉਹਨਾਂ ਨੂੰ ਹੋਰ ਵੀ ਪ੍ਰਭਾਵੀ ਬਣਾ ਦਿੱਤਾ। ਮਹਾਨ ਸਮਰਾਟ ਅਕਬਰ 1556 ਤੋਂ 1605 ਤੱਕ ਨੇ ਜਦੋਂ ਮੁਗਲ ਸਮਰਾਜ ਨੂੰ ਏਕੀਕ੍ਰਿਤ ਕੀਤਾ ਤਾਂ ਉਸਨੇ ਆਪਣੇ ਪ੍ਰਤੀਮਾਨ ਦੇ ਰੂਪ ਵਿੱਚ ਸ਼ੇਰ ਸ਼ਾਹ ਦੀ ਪ੍ਰਸ਼ਾਸਨ ਵਿਵਸਥਾ ਨੂੰ ਹੀ ਅਪਣਾਇਆ। ਤਾਂ ਇਹ ਸੀਗੇ ਦਿੱਲੀ ਦੇ ਰਾਜੇ ਤੇ ਸੁਲਤਾਨ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅੱਗੇ ਫੇਰ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ। ਓਕੇ, ਥੈਂਕਸ।